ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਨਰਿੰਦਰ ਸਿੰਘ ਤੇ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬੀ ਮਾਂ ਬੋਲੀ 'ਚ। ਦੋਸਤੋ, ਅੱਜ ਜੋ ਕਹਾਣੀ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਹ ਵੀ ਕਰਤਾਰ ਸਿੰਘ ਦੁੱਗਲ ਦੀ ਹੀ ਲਿਖੀ ਹੋਈ ਹੈ ਤੇ ਕਹਾਣੀ ਦਾ ਨਾਂ ਹੈ ਪਟਨਾ ਮਿਊਜ਼ੀਅਮ ਵਿੱਚ ਇੱਕ ਪੀਸ। ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਅਸੀਂ ਕੁਝ ਸਾਹਿਤਕਾਰ ਪਟਨਾ ਵਿੱਚ ਸਰਕਾਰੀ ਮਹਿਮਾਨ ਸਾਂ। ਜਿੱਥੇ ਵੀ ਸਾਨੂੰ ਲਿਜਾਇਆ ਜਾਂਦਾ ਮੈਨੂੰ ਹਰ ਗੱਲ ਵਿੱਚ ਇੱਕ ਉਚੇਚ ਦਿਖਾਈ ਦਿੰਦਾ। ਉਂਝ ਕਿਸੇ ਵੀ ਗੱਲ ਵਿੱਚ ਉਚੇਚ ਮੈਨੂੰ ਜ਼ਹਿਰ ਲੱਗਦਾ ਹੈ, ਪਰ ਦੇਸ਼ ਦੇ ਸਾਹਿਤਕਾਰਾਂ ਦੇ ਆਦਰ ਵਜੋਂ ਇੰਨਾ ਕੁਝ ਕੀਤਾ ਜਾ ਰਿਹਾ ਸਾਨੂੰ ਸਭ ਨੂੰ ਚੰਗਾ ਲੱਗ ਰਿਹਾ ਸੀ। ਸ਼ਾਮੀ ਅਸੀਂ ਪਟਨਾ ਮਿਊਜ਼ੀਅਮ ਵੇਖਣਾ ਸੀ। ਮੇਰੇ ਕੋਲ ਕੇਵਲ 1 ਘੰਟਾ ਬਚਦਾ ਸੀ, ਪਰ ਮੇਰੇ ਮੇਜ਼ਬਾਨਾਂ ਦਾ ਤਕਾਜ਼ਾ ਸੀ ਕਿ ਕੋਈ ਪਟਨਾ ਆਏ ਤੇ ਇੱਥੋਂ ਦਾ ਅਜਾਇਬ ਘਰ ਨਾ ਵੇਖੇ। ਇਹ ਕਿਵੇਂ ਹੋ ਸਕਦਾ ਹੈ? ਮਿਊਜ਼ੀਅਮ ਵਿਖਾਉਣ ਲਈ ਨਿਯਤ ਕੀਤੇ ਅਧਿਕਾਰੀ ਨੂੰ ਮੇਰੀ ਕਾਹਲ ਦਾ ਪਤਾ ਸੀ। ਇਸ ਲਈ ਅਸੀਂ ਕੇਵਲ ਖਾਸ ਕਮਰਿਆਂ ਵਿੱਚ ਜਾ ਰਹੇ ਸਾਂ, ਕੇਵਲ ਖਾਸ ਪੀਸ ਹੀ ਵੇਖ ਰਹੇ ਸਾਂ। ਉਂਝ ਤੇ ਪਟਨਾ ਦੇ ਮਿਊਜ਼ੀਅਮ ਨੂੰ ਵੇਖਣ ਵਿੱਚ ਭਾਵੇਂ ਕੋਈ ਸਾਰਾ ਦਿਨ ਲਾ ਦੇਵੇ। ਇੰਜ ਕਾਹਲ ਵਿੱਚ ਸਰਸਰੀ ਨਜ਼ਰ ਚੀਜ਼ਾਂ ਨੂੰ ਵੇਖਦੇ ਐਡੇ ਵੱਡੇ ਅਜਾਇਬ ਘਰ ਵਿੱਚ ਨਾ ਚਾਹੁੰਦੇ ਹੋਏ ਵੀ ਮੈਂ ਖਲੋ ਜਾਂਦਾ। ਕਿਤੇ ਕੋਈ ਬੁੱਧ ਦਾ ਬੁੱਤ ਜਿਵੇਂ ਮੈਨੂੰ ਕੀਲ ਲੈਂਦਾ, ਕਿਤੇ ਮਿੱਟੀ ਦੀ ਕੋਈ ਮੂਰਤੀ ਮੈਨੂੰ ਫੜ ਕੇ ਬਹਿ ਜਾਂਦੀ। ਮਿਊਜ਼ੀਅਮ ਦਾ ਨੌਜਵਾਨ ਅਧਿਕਾਰੀ ਮੈਨੂੰ ਦੱਸਦਾ ਜਾ ਰਿਹਾ ਸੀ ਕਿਹੜੀ ਚੀਜ਼ ਉਹਨਾਂ ਨੂੰ ਕਿੱਥੋਂ ਮਿਲੀ ਸੀ, ਕਿਸ ਟਿੱਬੇ ਵਿੱਚ ਕੀ ਦੱਬਿਆ ਹੋਇਆ ਪਿਆ ਸੀ, ਤੇ ਆਪਣੇ ਬਜ਼ੁਰਗਾਂ ਦੀ ਕਲਾ ਤੇ ਮੈਂ ਹਰ ਕਦਮ ਤੇ ਮਾਣ ਕਰ ਰਿਹਾ ਸਾਂ। ਮਿਊਜ਼ੀਅਮ ਦਾ ਨੌਜਵਾਨ ਅਧਿਕਾਰੀ ਅਜੂਬਿਆਂ ਦੀਆਂ ਵਡਿਆਈਆਂ ਕਰ ਜਿਵੇਂ ਉਹਦਾ ਮੂੰਹ ਨਹੀਂ ਸੀ ਥੱਕਦਾ। ਪਰ ਇੱਕ ਗੱਲ ਮੈਨੂੰ ਪਿਛਲੇ ਕੁਝ ਚਿਰਾਂ ਤੋਂ ਮਹਿਸੂਸ ਹੋ ਰਹੀ ਸੀ। ਜਿਸ ਕਮਰੇ ਵਿੱਚ ਅਸੀਂ ਕਦਮ ਰੱਖਦੇ ਹਵਾ ਵਿੱਚ ਜਿਵੇਂ ਧੂੜ ਹੁੰਦੀ, ਦਰਅਸਲ ਨਾਲ ਦੇ ਕਮਰੇ ਵਿੱਚ ਸਾਨੂੰ ਵੇਖ ਕੇ ਅਗਲੇ ਕਮਰੇ ਵਾਲੇ ਆਪਣੀਆਂ ਚੀਜ਼ਾਂ ਨੂੰ ਝਾੜਨ ਲੱਗ ਪੈਂਦੇ। ਮਸਾਂ ਉਹ ਝਾੜ ਪੂੰਝ ਖਤਮ ਕਰ ਚੁੱਕੇ ਹੁੰਦੇ ਕਿ ਅਸੀਂ ਉੱਥੇ ਪਹੁੰਚ ਜਾਂਦੇ। ਪਿਛਲੇ ਕਮਰੇ ਵਿੱਚ ਸਾਨੂੰ ਵੇਖ ਕੇ ਅਗਲੇ ਕਮਰੇ ਵਿੱਚ ਝਾੜ ਪੂੰਝ ਦਾ ਸਿਲਸਿਲਾ ਕਿਤਨੇ ਚਿਰ ਤੋਂ ਜਾਰੀ ਸੀ ਤੇ ਅਖੀਰ ਮੇਰੇ ਫੇਫੜਿਆਂ ਨੇ ਹੋਰ ਧੂੜ ਖਾਣ ਤੋਂ ਇਨਕਾਰ ਕਰ ਦਿੱਤਾ। ਕੋਈ 5ਵੇਂ ਕਮਰੇ ਵਿੱਚ ਅਸੀਂ ਹੋਵਾਂਗੇ ਕਿ ਮੈਨੂੰ ਨਿੱਛ ਆਈ। ਮਿਊਜ਼ੀਅਮ ਦੇ ਨੌਜਵਾਨ ਅਧਿਕਾਰੀ ਨੂੰ ਵੀ ਹਲਕੀ ਜਿਹੀ ਖੰਘ ਉੱਠੀ। 6ਵੇਂ ਕਮਰੇ ਵਿੱਚ ਵੀ ਉਂਝ ਧੂੜ ਸੀ। ਸਾਡੇ ਆਉਣ ਤੋਂ 1 ਮਿੰਟ ਪਹਿਲੇ ਤੇ ਉੱਥੇ ਝਾੜ ਪੂੰਝ ਖਤਮ ਹੋਈ ਸੀ। 7ਵੇਂ ਕਮਰੇ ਵਿੱਚ ਇਵੇਂ ਹੀ ਸੀ। ਉਸ ਤੋਂ ਅਗਲੇ ਕਮਰੇ ਵਿੱਚ ਜਦੋਂ ਅਸੀਂ ਕਦਮ ਰੱਖਿਆ, ਕਮਰੇ ਦਾ ਚੌਕੀਦਾਰ ਝਾੜਨ ਫੜੀ ਅਜੇ ਤੀਕ ਇੱਕ ਮੂਰਤੀ ਨੂੰ ਛੰਟ ਰਿਹਾ ਸੀ। ਬੰਦ ਕਰੋ ਇਹ ਬਦਤਮੀਜੀ। ਮਿਊਜ਼ੀਅਮ ਦੇ ਨੌਜਵਾਨ ਅਧਿਕਾਰੀ ਤੋਂ ਹੋਰ ਸਬਰ ਨਾ ਹੋ ਸਕਿਆ ਤੇ ਉਸ ਨੇ ਅਖੀਰ ਚੌਕੀਦਾਰ ਨੂੰ ਵਕਤ ਤੇ ਇਸ ਤਰ੍ਹਾਂ ਸਫਾਈ ਕਰਨ ਤੇ ਡਾਂਟ ਦਿੱਤਾ। ਚੌਕੀਦਾਰ ਅਫਸਰ ਨੂੰ ਇੰਜ ਕੜਕਦਾ ਵੇਖ ਠੰਬਰ ਕੇ ਰਹਿ ਗਿਆ। ਜਿਵੇਂ ਖਲੋਤਾ ਸੀ ਉੱਥੇ ਹੀ ਖਲੋਤਾ ਰਿਹਾ। ਤੇ ਫਿਰ ਪਤਾ ਨਹੀਂ ਇਹ ਖਬਰ ਕਿਵੇਂ ਅੱਗੇ ਤੁਰ ਗਈ। ਕਿਸੇ ਵੀ ਕਮਰੇ ਵਿੱਚ ਪਹਿਲੀ ਤਰ੍ਹਾਂ ਦੀ ਧੂੜ ਨਹੀਂ ਸੀ। ਕਿਸੇ ਵੀ ਕਮਰੇ ਵਿੱਚ ਚੌਕੀਦਾਰ ਝਾੜਨ ਨੂੰ ਕਿਸੇ ਨੁੱਕਰ ਵਿੱਚ ਲੁਕਾ ਰਿਹਾ ਨਾ ਮੈਂ ਵੇਖਿਆ। ਫਿਰ ਅਸੀਂ ਪੌੜੀਆਂ ਚੜ੍ਹ ਕੇ ਪਹਿਲੀ ਮੰਜ਼ਲ ਤੇ ਗਏ। ਇਹ ਕਮਰਾ ਚਿੱਤਰਕਲਾ ਦਾ ਸੀ। ਕਮਰੇ ਵਿੱਚ ਵੜਦਿਆਂ ਹੀ ਖੱਬੇ ਹੱਥ ਮੇਰੀ ਨਜ਼ਰ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਚਿੱਤਰ ਤੇ ਪਈ। ਚਿੱਤਰ ਬਹੁਤ ਵਧੀਆ ਸੀ, ਪਰ ਇੱਕ ਥਾਂ ਮੈਨੂੰ ਅਜੀਬ ਜਿਹਾ ਇੱਕ ਝੋਲ ਨਜ਼ਰ ਆਇਆ। ਮਿਊਜ਼ੀਅਮ ਦੇ ਨੌਜਵਾਨ ਅਧਿਕਾਰੀ ਨੂੰ ਮੈਂ
ਉਸ ਚਿੱਤਰ ਵੱਲ ਇਸ਼ਾਰਾ ਕਰਕੇ ਇਸ ਦਾ ਜ਼ਿਕਰ ਕੀਤਾ ਹੀ ਸੀ ਕਿ ਅੱਗੇ ਹੋ ਕੇ ਅਸੀਂ ਵੇਖਿਆ ਦਰਅਸਲ ਉਸ ਥਾਂ ਚਿੱਤਰ 'ਤੇ ਮਿੱਟੀ ਜਮੀ ਹੋਈ ਸੀ। ਚਿੱਤਰਕਾਰ ਦਾ ਕਸੂਰ ਨਹੀਂ ਸੀ। ਇਹ ਵੇਖ ਮਿਊਜ਼ੀਅਮ ਦਾ ਨੌਜਵਾਨ ਅਧਿਕਾਰੀ ਕੋਲ ਖਲੋਤੇ ਚੌਂਕੀਦਾਰ 'ਤੇ ਟੁੱਟ ਪਿਆ। ਸਾਹਿਬ, ਮੇਰਾ ਕੰਮ ਝਾੜ-ਪੂਛ ਕਰਨਾ ਨਹੀਂ, ਇਹ ਕੰਮ ਫਰਾਸ ਦਾ ਹੈ। ਚੌਂਕੀਦਾਰ ਨੇ ਅੱਗੋਂ ਜਵਾਬ ਦਿੱਤਾ ਤੇ ਬਿਟ-ਬਿਟ ਸਾਡੇ ਵੱਲ ਵੇਖਣ ਲੱਗ ਪਿਆ। ਤੇ ਫਿਰ ਤੂੰ ਦਫਾ ਕਿਉਂ ਨਹੀਂ ਹੋ ਜਾਂਦਾ? ਨੌਜਵਾਨ ਅਧਿਕਾਰੀ ਨੇ ਹੋਰ ਕੜਕ ਕੇ ਕਿਹਾ। ਮੈਂ ਅੱਜ ਹੀ ਤੇਰੀ ਛੁੱਟੀ ਕਰਵਾ ਦਿੰਦਾ ਹਾਂ। ਤੇ ਅਸੀਂ ਅੱਗੇ ਤੁਰ ਪਏ। ਚੌਂਕੀਦਾਰ ਉੱਥੇ ਦਾ ਉੱਥੇ ਹੀ ਜਿਵੇਂ ਬੁੱਤ ਬਣ ਗਿਆ ਸੀ। ਜਿੱਥੇ ਖਲੋਤਾ ਸੀ ਉੱਥੇ ਹੀ ਖਲੋਤਾ ਰਿਹਾ। ਬਿਟ-ਬਿਟ ਉਹਦੀਆਂ ਸਾਡੇ ਵੱਲ ਵੇਖਦੀਆਂ ਨਜ਼ਰਾਂ ਨੀਵੀਆਂ ਪੈ ਗਈਆਂ। ਉਸਨੇ ਸੋਚਿਆ ਉਹਦੀ ਨੌਕਰੀ ਲੱਥ ਜਾਵੇਗੀ, ਉਹਦਾ ਰੁਜ਼ਗਾਰ ਖੋਹ ਲਿਆ ਜਾਵੇਗਾ ਤੇ ਫਿਰ ਪਹਿਲੀ ਤਰੀਕ ਉਸ ਨੂੰ ਤਲਬ ਨਹੀਂ ਮਿਲੇਗੀ ਤੇ ਫਿਰ ਹਰ ਪਹਿਲੀ ਤਰੀਕ ਉਸ ਦੇ ਘਰ ਤਨਖਾਹ ਨਹੀਂ ਜਾਇਆ ਕਰੇਗੀ ਤੇ ਫਿਰ ਉਹਦੇ ਘਰ ਵੀ ਉਹਦੇ ਗੁਆਂਢੀ ਵਾਂਗ ਇੱਕ ਵਾਰ ਪੱਕਣਾ ਸ਼ੁਰੂ ਹੋ ਜਾਵੇਗਾ। ਕਦੀ ਇੱਕ ਵਾਰ ਵੀ ਨਹੀਂ। ਤੇ ਫਿਰ ਉਹ ਵੀ ਬੜੀਏ ਤੋਂ ਉਧਾਰ ਲੈਣਾ ਸ਼ੁਰੂ ਕਰ ਦੇਵੇਗਾ। ਹਰ ਵਾਰ ਝੂਠ ਬੋਲ ਕੇ ਕਰਜ਼ ਮੰਗੇਗਾ ਜਿਹੜਾ ਉਹ ਕਦੀ ਵੀ ਨਹੀਂ ਲਾ ਸਕੇਗਾ। ਤੇ ਫਿਰ ਉਹਦੇ ਵੀ ਬੱਚਿਆਂ ਦੇ ਬਾਲਾਂ ਵਿੱਚ ਜੂਆਂ ਪੈ ਜਾਣਗੀਆਂ ਜਿਨ੍ਹਾਂ ਨੂੰ ਕੱਢ ਕੇ ਉਹਦੀ ਤ੍ਰੀਮਤ ਦੀ ਨਜ਼ਰ ਰਹਿ ਜਾਵੇਗੀ। ਤੇ ਫਿਰ ਉਹਨੂੰ ਬੂ ਆਇਆ ਕਰੇਗੀ ਆਪਣੇ ਵਿੱਚੋਂ, ਆਪਣੇ ਬੱਚਿਆਂ ਵਿੱਚੋਂ, ਆਪਣੇ ਬੱਚਿਆਂ ਦੀ ਮਾਂ ਵਿੱਚੋਂ। ਤੇ ਫਿਰ ਫਟੇ ਹੋਏ ਕੱਪੜੇ ਜਿਵੇਂ ਮੂੰਹ ਪਾੜ ਕੇ ਉਸ ਨੂੰ ਖਾਣ ਨੂੰ ਪੈਣਗੇ। ਉਹਦਾ ਆਪਣਾ ਛਿੱਜਿਆ ਹੋਇਆ ਕੁੜਤਾ, ਉਹਦੀ ਤ੍ਰੀਮਤ ਦਾ ਟਾਕੀਆਂ ਜੜਿਆ ਘੱਗਰਾ, ਉਹਦੇ ਪੁੱਤਰਾਂ ਧੀਆਂ ਦੇ ਲੀੜਿਆਂ ਵਿੱਚ ਲਗੰਦਰ। ਤੇ ਫਿਰ ਹਰ ਵੇਲੇ ਉਹਦੇ ਘਰ ਵਿੱਚ ਕੋਈ ਕੁਝ ਮੰਗ ਰਿਹਾ ਹੋਵੇਗਾ, ਕੋਈ ਕਿਸੇ ਤੋਂ ਖੋਹ ਰਿਹਾ ਹੋਵੇਗਾ, ਕੋਈ ਲੜ ਰਿਹਾ ਹੋਵੇਗਾ। ਵੱਡੇ ਛੋਟਿਆਂ ਨੂੰ ਮਾਰਨਗੇ, ਛੋਟੇ ਆਪਣੇ ਤੋਂ ਨਿੱਕਿਆਂ 'ਤੇ ਵਰਨਗੇ। ਤੇ ਫਿਰ ਉਹਦੇ ਬੱਚਿਆਂ ਦੇ ਮੂੰਹ 'ਤੇ ਗਾਲੀਆਂ ਚੜ੍ਹ ਜਾਣਗੀਆਂ। ਉਹਦੀ ਤ੍ਰੀਮਤ ਹਰ ਵੇਲੇ ਉਹਨਾਂ ਨੂੰ ਪੁਣਿਆ ਕਰੇਗੀ। ਉਹਦੇ ਆਪਣੇ ਦੰਦ ਉਹਦੇ ਹੋਠਾਂ 'ਤੇ ਮੁੜ ਖੁੱਭਦੇ ਰਿਹਾ ਕਰਨਗੇ। ਤੇ ਫਿਰ ਉਹਦੀ ਜਵਾਨ ਧੀ ਉਹਨਾਂ ਦੇ ਗੁਆਂਢੀਆਂ ਦੇ ਮੁੰਡੇ ਨਾਲ ਨਿਕਲ ਜਾਵੇਗੀ, ਉਹ ਮੁੰਡਾ ਜਿਹੜਾ ਉਸ ਨੂੰ ਜ਼ਹਿਰ ਲੱਗਦਾ ਸੀ। ਤੇ ਫਿਰ ਇਸ ਨੂੰ ਲੋਕੀ ਪਰਸੂ ਸੱਦਣਾ ਸ਼ੁਰੂ ਕਰ ਦੇਣਗੇ। ਹਰ ਵੇਲੇ ਵਗਾਰਾਂ ਪਾਉਂਦੇ ਰਿਹਾ ਕਰਨਗੇ, ਹਰ ਵੇਲੇ ਟਿਚਕਰਾਂ ਕਰਦੇ ਰਿਹਾ ਕਰਨਗੇ। ਤੇ ਫਿਰ ਸਿਆਲ ਦੀਆਂ ਝੜੀਆਂ ਵਿੱਚ ਜਦੋਂ ਉਹਦਾ ਛੱਤ ਚੋਣ ਲੱਗ ਪਵੇਗੀ, ਇਹਦੇ ਕੋਲ ਪੈਸੇ ਨਹੀਂ ਹੋਣਗੇ ਕਿ ਉਹਨੂੰ ਮੁਰੰਮਤ ਕਰਵਾ ਸਕੇ। ਠੰਡ ਵਿੱਚ ਫਿਰਦੇ ਬੱਚਿਆਂ ਲਈ ਕੱਪੜੇ ਨਹੀਂ ਹੋਣਗੇ ਕਿ ਉਹਨਾਂ ਦਾ ਤਨ ਢੱਕ ਸਕੇ। ਚੁੱਲ੍ਹੇ ਅੱਗ ਨਹੀਂ ਹੋਵੇਗੀ ਕਿ ਸਰਦੀ ਨੂੰ ਰੋਕਿਆ ਜਾ ਸਕੇ। ਤੇ ਫਿਰ ਉਹਦੇ ਘਰ ਦੇ ਚੱਪੇ ਨੂੰ ਬਿਮਾਰੀ ਆ ਕੇ ਮੱਲ ਲਵੇਗੀ। ਉਹਦੀ ਤ੍ਰੀਮਤ ਹਰ ਵੇਲੇ ਖਾਉ ਕਰਦੀ ਰਹੇਗੀ। ਉਸਦੇ ਬੱਚੇ ਜਮਤੀਲ ਜਿਹੇ, ਮਰੀਅਲ ਜਿਹੇ ਹੋ ਜਾਣਗੇ। ਉਹ ਆਪ ਜੇ ਲੇਟਿਆ ਹੋਵੇਗਾ ਤੇ ਉੱਠਣ ਨੂੰ ਉਹਦਾ ਜੀ ਨਹੀਂ ਕਰੇਗਾ। ਜੇ ਉੱਠੇਗਾ ਤੇ ਖਲੋਣ ਦਾ ਉਹਦਾ ਮਨ ਨਹੀਂ ਮੰਨੇਗਾ। ਜੇ ਖਲੋਵੇਗਾ ਤੇ ਤੁਰਨ ਦੀ ਉਹਦੇ ਵਿੱਚ ਤਾਕਤ ਨਹੀਂ ਹੋਵੇਗੀ। ਜੇ ਤੁਰੇਗਾ ਤਾਂ ਦੌੜਨ ਦਾ ਉਹਦਾ ਹੀਲਾ ਨਹੀਂ ਪਵੇਗਾ। ਤੇ ਫਿਰ ਉਹ ਥੱਕ ਜਾਏਗਾ ਨਵੀਂ ਨੌਕਰੀ ਦੀ ਉਡੀਕ ਵਿੱਚ। ਟੋਲ ਕੇ ਨਵੀਂ ਨੌਕਰੀ ਨੂੰ ਹਾਰ ਜਾਏਗਾ। ਜਿੱਥੇ ਜਾਵੇਗਾ ਬਾਹਰ ਨੌਕਰੀ ਨਹੀਂ ਹੈ ਦੇ ਬੋਰਡ ਲੱਗੇ ਹੋਣਗੇ। ਉਹਦੀਆਂ ਕੁੱਲ ਸਿਫਾਰਸ਼ਾਂ ਬੇਸੂਧ ਜਾਣਗੀਆਂ, ਉਹਦੇ ਸਭ ਤਰਲੇ ਅਜਾਈ ਜਾਣਗੇ। ਤੇ ਫਿਰ ਉਹ ਕਿਸੇ
ਲੰਘਦੇ ਪਰਲੰਘਦੇ ਅਫਸਰ ਦੇ ਅੱਗੇ ਹੱਥ ਜੋੜੇਗਾ, ਉਹਦੀਆਂ ਮਿੰਨਤਾਂ ਕਰੇਗਾ ਤੇ ਕੱਲ੍ਹ ਦਾ ਪੜ੍ਹਿਆ ਹੋਇਆ ਕੋਈ ਛੋਕਰਾ ਉਸ ਨੂੰ ਡਾਂਟ ਦੇਵੇਗਾ। ਉਸ ਨੂੰ ਜਿਸ ਦੇ ਘਰ ਤ੍ਰੀਮਤ ਸੀ, 7 ਬੱਚੇ ਸਨ, ਇੱਕ ਜਵਾਨ ਧੀ ਸੀ, ਡਾਂਟੇਗਾ, ਝਿੜਕੇਗਾ, ਭਾਵੇਂ ਧੱਕਾ ਦੇ ਕੇ ਪਿੱਛੇ ਵੀ ਸੁੱਟ ਪਾਵੇਗਾ। ਤੇ ਫਿਰ ਉਸ ਦੀਆਂ ਅੱਖਾਂ ਅੱਗੇ ਚੱਕਰ ਆਉਣੇ ਸ਼ੁਰੂ ਹੋ ਗਏ। ਹਨੇਰਾ ਛਾ ਗਿਆ। ਉਹਨੂੰ ਇਵੇਂ ਜਾਪਿਆ ਜਿਵੇਂ ਉਹ ਡੂੰਘੀ ਕਿਸੇ ਖਾਈ ਵਿੱਚ ਲਹਿੰਦਾ ਜਾ ਰਿਹਾ ਸੀ, ਕਿਸੇ ਅੰਨੇ ਖੂਹ ਵਿੱਚ ਗੜੂੰਦ ਹੁੰਦਾ ਜਾ ਰਿਹਾ ਸੀ। ਤੇ ਫਿਰ ਇੱਕਦਮ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਗਿਆ। ਕੋਈ 1 ਮਿੰਟ ਵੀ ਨਹੀਂ ਗੁਜ਼ਰਿਆ ਸੀ। ਅਜੇ ਮਿਊਜ਼ੀਅਮ ਦਾ ਨੌਜਵਾਨ ਅਧਿਕਾਰੀ ਫੈਸਲਾ ਵੀ ਨਹੀਂ ਕਰ ਪਾਇਆ ਸੀ ਕਿ ਉਸ ਦੇ ਸਾਹਮਣੇ ਹੋਈ ਗੁਸਤਾਖੀ ਨੂੰ ਉਹ ਕਿਵੇਂ ਭੁਲਾਏ। ਅਜੇ ਮੈਂ ਸੰਭਲ ਵੀ ਨਹੀਂ ਪਾਇਆ ਸਾਂ, ਸੋਚ ਵੀ ਨਹੀਂ ਪਾਇਆ ਸਾਂ ਕਿ ਇਸ ਗੱਲ ਦਾ ਮੈਂ ਜ਼ਿਕਰ ਕਰਾਂ ਤਾਂ ਜੋ ਅਚਾਨਕ ਪੈਦਾ ਹੋਈ ਬਦਮਗਜ਼ੀ ਮਿਊਜ਼ੀਅਮ ਦੇ ਨੌਜਵਾਨ ਅਧਿਕਾਰੀ ਨੂੰ ਭੁੱਲ ਜਾਵੇ ਕਿ ਚੌਂਕੀਦਾਰ ਹੱਥ ਜੋੜੇ ਹੋਏ ਸਾਡੇ ਪਿੱਛੇ ਖਲੋਤਾ ਮੈਨੂੰ ਵਿਖਾਈ ਦਿੱਤਾ। ਉਹ ਮਿਊਜ਼ੀਅਮ ਦੇ ਨੌਜਵਾਨ ਅਧਿਕਾਰੀ ਨੂੰ ਕਹਿ ਰਿਹਾ ਸੀ, ਸਰਕਾਰ, ਜੇ ਤੁਹਾਡਾ ਹੁਕਮ ਹੈ ਤੇ ਮੈਂ ਹੀ ਝਾੜ ਪੂੰਝ ਕਰ ਦਿਆ ਕਰਾਂਗਾ। ਮੇਰੇ ਕੋਲ ਝਾੜਨ ਨਹੀਂ ਕੋਈ, ਮੈਂ ਆਪਣੇ ਸਾਫੇ ਨਾਲ ਹੀ ਸਾਫ਼ ਕਰ ਦਿੰਦਾ ਹਾਂ ਆਪਣੇ ਕਮਰੇ ਨੂੰ। ਇਸ ਤੋਂ ਬਿਹਤਰ ਉਸ ਨੂੰ ਅਫਸਰ ਵੱਲੋਂ ਕੋਈ ਉੱਤਰ ਮਿਲਦਾ। ਸਿਰ ਤੋਂ ਆਪਣੇ ਸਾਫੇ ਨੂੰ ਲਾ ਕੇ ਉਹ ਚਿੱਤਰਾਂ ਦੇ ਚੁਗਾਠਾਂ ਤੇ ਸ਼ੀਸ਼ਿਆਂ ਨੂੰ ਝਾੜਨ ਲੱਗ ਪਿਆ। ਮਿਊਜ਼ੀਅਮ ਦਾ ਨੌਜਵਾਨ ਅਧਿਕਾਰੀ ਮੈਨੂੰ ਸਮਝਾ ਰਿਹਾ ਸੀ, ਮੁਗਲ ਰਾਜ ਵਿੱਚ ਚਿੱਤਰਕਲਾ ਕਿਤਨੀ ਉੱਨਤ ਹੋ ਗਈ ਸੀ। ਮੁਗਲ ਰਾਜ, ਰਾਜਪੂਤ ਕਲਮ, ਕਾਂਗੜੇ ਦੀ ਕਲਮ। ਮੈਨੂੰ ਕੁਝ ਸੁਣਾਈ ਨਹੀਂ ਦੇ ਰਿਹਾ ਸੀ। ਮੈਂ ਮੁੜ ਮਿਊਜ਼ੀਅਮ ਦੇ ਉਸ ਪੀਸ ਵੱਲ ਵੇਖ ਰਿਹਾ ਸਾਂ। ਆਪਣੇ ਸਿਰ ਤੋਂ ਲਾਹੇ ਸਾਫੇ ਨਾਲ ਉਹ ਬੜੇ ਧਿਆਨ ਨਾਲ, ਬੜੀ ਮੁਸਤੈਦੀ ਨਾਲ ਚਿੱਤਰਾਂ ਨੂੰ ਸਾਫ਼ ਕਰ ਰਿਹਾ ਸੀ, ਖਿੜਕੀਆਂ ਨੂੰ ਝਾੜ ਰਿਹਾ ਸੀ। ਉਸ ਦੇ ਸਿਰ 'ਤੇ ਚਿੱਟੇ ਕਾਲੇ ਵਾਲਾਂ ਦੀ ਉਹ ਬੋਦੀ ਜਿਵੇਂ ਕੰਬ ਰਹੀ ਸੀ। ਸੋ ਦੋਸਤੋ, ਇਹ ਸੀ ਅੱਜ ਦੀ ਕਹਾਣੀ, ਪਟਨਾ ਮਿਊਜ਼ੀਅਮ ਵਿੱਚ ਇੱਕ ਪੀਸ। ਦੋਸਤੋ, ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਜੇ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰਨਾ। ਦੋਸਤੋ, ਅਜਿਹੀਆਂ ਹੋਰ ਕਹਾਣੀਆਂ ਸੁਣਨ ਲਈ, ਮੇਰੇ ਨਾਲ ਜੁੜਨ ਲਈ ਮੇਰੇ YouTube ਚੈਨਲ ਪੰਜਾਬੀ ਮਾਂ ਬੋਲੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਾਂਝਾ ਕਰ ਲਓ। ਦੋਸਤੋ, ਅਗਲੀ ਵੀਡੀਓ ਲੈ ਕੇ ਜਲਦੀ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਆਪਣਾ ਖਿਆਲ ਰੱਖਿਓ। ਰੱਬ ਰਾਖਾ। ਸਤਿ ਸ਼੍ਰੀ ਅਕਾਲ।